ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਾਇੰਸ ਦਾ ਲੈਕਚਰ ਨੰਬਰ 8 ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਸਾਊਂਡਸ ਦੇ ਬਾਰੇ ਗੱਲ ਕਰਾਂਗੇ। ਇਹਦੇ ਵਿੱਚੋਂ ਹਰ ਵਾਰੀ 1-2 ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ। ਕਈ ਵਾਰ ਫ੍ਰੀਕੁਐਂਸੀ ਪੁੱਛੀ ਜਾਂਦੀ ਹੈ, ਉਹਨਾਂ ਦੀ ਕੀ ਕਹਿੰਦੇ ਆ SI ਯੂਨਿਟ ਪੁੱਛੀਆਂ ਜਾਂਦੀਆਂ, ਕਈ ਵਾਰ ਬਹੁਤ ਸਿੰਪਲ ਕੁਐਸਚਨ ਕਈ ਵਾਰ ਪੁੱਛੇ ਜਾਂਦੇ ਨੇ, ਰੇਂਜ ਪੁੱਛ ਲਈ ਜਾਂਦੀ ਹੈ, ਠੀਕ ਹੈ। ਸੋ ਆਪਾਂ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਬਾਰੇ ਗੱਲ ਕਰਾਂਗੇ, ਪ੍ਰੀਵੀਅਸ ਜੋ ਕੁਐਸਚਨ ਆਏ ਨੇ ਅਤੇ ਕੁਛ ਬੇਸਿਕ ਜਿਹੜੀਆਂ ਨੌਲੇਜ, ਠੀਕ ਹੈ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਨਵੇਂ ਆਏ ਨੇ ਇਸ ਚੈਨਲ 'ਤੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੇ ਸਮੇਂ ਜਦ ਮੈਂ ਕੋਈ ਵੀਡੀਓ ਅਪਲੋਡ ਕਰਾਂ ਉਸ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਪਾਂ ਹੁਣ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਦੇਖੋ ਸਟਾਰਟਿੰਗ ਜਿਹੜੀ ਹੈ ਉਹ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਸਾਊਂਡ ਹੁੰਦੀ ਕੀ ਹੈ, ਠੀਕ ਹੈ। ਸੋ ਸਾਊਂਡ ਇਜ਼ ਅ ਫਾਰਮ ਆਫ ਐਨਰਜੀ ਵਿਚ ਪ੍ਰੋਡਿਊਸਿਜ਼ ਅ ਸੈਂਸੇਸ਼ਨ ਆਫ ਹੀਅਰਿੰਗ ਇਨ ਆਵਰ ਆਈਜ਼, ਠੀਕ ਹੈ। ਮਤਲਬ ਸਾਊਂਡ ਇੱਕ ਫਾਰਮ ਆਫ ਐਨਰਜੀ ਹੀ ਆ ਜਿਹੜੀ ਇੱਕ ਸੈਂਸੇਸ਼ਨ ਜਿਹੜੀ ਆ ਉਹ ਪ੍ਰੋਡਿਊਸ ਕਰਦੀ ਆ, ਹੈ ਨਾ, ਆਫ ਹੀਅਰਿੰਗ ਇਨ ਆਵਰ ਆਈਜ਼। ਮਤਲਬ ਕੋਈ ਜਿਹਦੇ ਨਾਲ ਕਿ ਸਾਡੇ ਜਿਹੜੇ ਕੰਨ ਆ ਉਹਨਾਂ ਨੂੰ ਕੋਈ ਇੱਕ ਸੈਂਸੇਸ਼ਨ ਜਿਹੜੀ ਆ ਉਹ ਸੁਣਾਈ ਦਿੰਦੀ ਹੈ, ਠੀਕ ਹੈ। ਉਹ ਜਿਹੜੀ ਸੈਂਸੇਸ਼ਨ ਹੁੰਦੀ ਹੈ ਉਹ ਕੀ ਹੁੰਦੀ ਹੈ, ਉਹ ਸਾਊਂਡ ਹੀ ਹੁੰਦੀ, ਇੱਕ ਤਰ੍ਹਾਂ ਦੀ ਉਹ ਐਨਰਜੀ ਹੀ ਹੁੰਦੀ ਹੈ, ਠੀਕ ਹੈ ਜੀ। ਸਾਊਂਡ ਇਜ਼ ਪ੍ਰੋਡਿਊਸਡ ਬਾਈ ਵਾਈਬਰੇਟਿੰਗ ਆਬਜੈਕਟਸ, ਠੀਕ ਹੈ। ਜਦੋਂ ਕੋਈ ਆਬਜੈਕਟ ਵਾਈਬਰੇਟ ਕਰਦਾ ਆ, ਠੀਕ ਹੈ, ਉਦੋਂ ਜਿਹੜੀ ਹੈ ਸਾਊਂਡ ਪ੍ਰੋਡਿਊਸ ਹੁੰਦੀ ਹੈ, ਠੀਕ ਹੈ ਜੀ। ਜਿਵੇਂ ਹੁਣ ਮੰਨ ਲਓ ਕੋਈ ਵੀ ਇੱਕ ਸਬਸਟਾਂਸ ਆ, ਇੱਕ ਕੋਈ ਮੰਨ ਲਓ ਕੋਈ ਆਬਜੈਕਟ ਆ ਅਤੇ ਇੱਦਾਂ ਹੀ ਕੋਈ ਦੂਜਾ ਆਬਜੈਕਟ ਆ, ਜਦੋਂ ਅਸੀਂ ਇਹਦੇ ਉੱਤੇ ਹਿੱਟ ਕਰਾਂਗੇ ਤਾਂ ਦੋਨਾਂ ਦੇ ਵਿੱਚ ਜਿਹੜੀ ਵਾਈਬ੍ਰੇਸ਼ਨ ਹੋਏਗੀ, ਠੀਕ ਹੈ। ਤਾਂ ਉਹ ਵਾਈਬ੍ਰੇਸ਼ਨ ਹੀ ਜਿਹੜੀ ਹੈ ਉਹੀ ਇੱਕ ਤਰ੍ਹਾਂ ਦੀ ਸਾਊਂਡ ਪ੍ਰੋਡਿਊਸ ਕਰਦੀ ਹੈ ਜੋ ਸਾਨੂੰ ਅੱਗੇ ਜਾ ਕੇ ਜਿਹੜੀ ਹੈ ਸੁਣਦੀ ਹੈ, ਠੀਕ ਹੈ ਜੀ। ਸੋ ਕਦੇ ਵੀ ਇੱਦਾਂ ਪਈ ਕੋਈ ਬਾਡੀ ਸਾਊਂਡ ਨਹੀਂ ਪ੍ਰੋਡਿਊਸ ਕਰੇਗੀ। ਅਸੀਂ ਕਹੀਏ ਕਿ ਕੋਈ ਆਬਜੈਕਟ ਇੱਦਾਂ ਪਿਆ ਹੋਇਆ ਆ ਅਤੇ ਸਾਨੂੰ ਉਹ ਤੋਂ ਸਾਊਂਡ ਮਿਲੀ ਜਾਵੇ, ਠੀਕ ਹੈ, ਇੱਦਾਂ ਨਹੀਂ ਹੁੰਦਾ, ਠੀਕ ਹੈ। ਸੋ ਅੱਗੇ ਚੱਲਦੇ ਹਾਂ। ਅੱਗੇ ਇੱਕ ਹੋਰ ਸੀਗਾ ਕਿ ਦਾ ਮੈਟਰ ਆਫ ਸਬਸਟਾਂਸ ਥਰੂ ਵਿਚ ਸਾਊਂਡ ਇਜ਼ ਟਰਾਂਸਮਿਟਡ ਇਜ਼ ਕਾਲਡ ਅ ਮੀਡੀਅਮ, ਠੀਕ ਹੈ। ਦਾ ਮੈਟਰ ਆਫ ਸਬਸਟਾਂਸ ਵਿਚ ਸਾਊਂਡ ਇਜ਼ ਟਰਾਂਸਮਿਟਡ ਇਜ਼ ਕਾਲਡ ਅ ਮੀਡੀਅਮ। ਹੁਣ ਸਾਊਂਡ ਨੂੰ ਟਰੈਵਲ ਹੋਣ ਵਿੱਚ ਵੀ ਉਹਨੂੰ ਕੋਈ ਮੀਡੀਅਮ ਚਾਹੀਦਾ ਹੈ, ਤਾਂ ਉਹ ਮੀਡੀਅਮ ਜਿਹੜਾ ਹੈ ਕੋਈ ਵੀ ਹੋ ਸਕਦਾ ਹੈ। ਇਟ ਕੈਨ ਬੀ ਸੋਲਿਡ, ਲਿਕੁਇਡ ਔਰ ਗੈਸ, ਠੀਕ ਹੈ। ਤੀਸਰਾ ਪੁਆਇੰਟ ਹੈ ਜੀ, ਏਅਰ ਇਜ਼ ਦਾ ਮੋਸਟ ਕਾਮਨ ਮੀਡੀਅਮ ਥਰੂ ਵਿਚ ਸਾਊਂਡ ਟਰੈਵਲਸ। ਏਅਰ ਜਿਹੜਾ ਆ ਸਭ ਤੋਂ ਕਾਮਨ ਮੀਡੀਅਮ ਆ, ਠੀਕ ਹੈ, ਜਿਹਦੇ ਵਿੱਚੋਂ ਜਿਹੜਾ ਸਾਊਂਡ ਆ ਜਿਹੜਾ ਟਰੈਵਲ ਕਰਦਾ ਹੈ ਵੈਨ ਅ ਵਾਈਬਰੇਟਿੰਗ ਆਬਜੈਕਟ ਮੂਵਸ ਫੋਰਵਰਡ, ਠੀਕ ਹੈ। ਹੁਣ ਦੇਖੋ ਜਦੋਂ ਕੋਈ ਬੋਡੀ ਵਾਈਬਰੇਟ ਕਰਦੀ ਹੈ ਨਾ, ਮਤਲਬ ਉਹ ਕੰਬਦੀ ਆ ਬੋਡੀ, ਠੀਕ ਹੈ, ਤਾਂ ਉਹ ਜਿਹੜਾ ਉਹਦਾ ਕੰਬਣਾ ਆ ਉਹ ਜਦੋਂ ਅੱਗੇ ਜਾਂਦਾ ਆ ਮਤਲਬ ਮੂਵ ਫੋਰਵਰਡ, ਹੈ ਨਾ। ਇਟ ਪੁਸ਼ਿਜ਼ ਐਂਡ ਕੰਪਰੈਸਿਸ ਦਾ ਏਅਰ। ਸਪੋਜ਼ ਕਰੋ ਆ ਜਿਵੇਂ ਤੁਹਾਡੇ ਕੋਲ ਕੋਈ ਮੰਨ ਲਓ ਇੱਦਾਂ ਦਾ ਕੋਈ ਆਬਜੈਕਟ, ਠੀਕ ਹੈ, ਜਦੋਂ ਇਹਨੇ ਵਾਈਬਰੇਟ ਕਰਨਾ, ਹੈ ਨਾ, ਵਾਈਬਰੇਟ ਹੋਣ 'ਤੇ ਇਹਨੇ ਪਹਿਲਾਂ ਥੋੜ੍ਹਾ ਜਿਹਾ ਅੱਗੇ ਜਾਣਾ, ਠੀਕ ਹੈ, ਅਤੇ ਫਿਰ ਇਹ ਪਿੱਛੇ ਵੀ ਆਉਂਦਾ ਹੁੰਦਾ ਜਿੱਦਾਂ ਕੋਈ ਚੀਜ਼ ਕੰਬਦੀ ਆ, ਹੈ ਨਾ, ਤਾਂ ਉਹਨੇ ਮਤਲਬ ਉਹਦੇ ਵਿੱਚ ਇੱਦਾਂ ਕਹਿ ਲਓ ਕਿ ਉਹਦੇ ਵਿੱਚ ਕੰਪਨ ਜਿਹੜਾ ਇੱਦਾਂ ਮਹਿਸੂਸ ਹੋਣਾ, ਅੱਗੇ ਜਾਣਾ ਪਿੱਛੇ ਜਾਣਾ, ਠੀਕ ਹੈ। ਤੁਸੀਂ ਇੱਦਾਂ ਦੀ ਮੈਨੂੰ ਨਾਮ ਯਾਦ ਨਹੀਂ ਆ ਰਿਹਾ, ਇੱਦਾਂ ਦੀ ਇੱਕ ਚੀਜ਼ ਹੁੰਦੀ ਹੈ, ਹੈ ਨਾ, ਫਨਲ ਵਾਂਗੂ ਕੁਛ, ਅਤੇ ਇਹਨੂੰ ਤੁਸੀਂ ਅਗਰ ਇੱਦਾਂ ਕਿਸੇ ਉੱਤੇ ਇੱਦਾਂ ਮਾਰੋਗੇ ਤਾਂ ਉਹ ਵਾਈਬਰੇਟ ਕਰਦੀ ਹੈ, ਠੀਕ ਹੈ। ਤਾਂ ਉਹਦੇ ਵਿੱਚ ਇਹੀ ਕਹਿ ਰਿਹਾ, ਉਹ ਕਹਿੰਦੇ ਕਿ ਜਦੋਂ ਉਹ ਵਾਲੀ ਜਿਹੜੀ ਬੋਡੀ ਆ ਵਾਈਬਰੇਟਿੰਗ ਬੋਡੀ ਜਦੋਂ ਥੋੜ੍ਹੀ ਅੱਗੇ ਜਾਂਦੀ ਆ ਤਾਂ ਉਹ ਕੀ ਕਰਦੀ ਆ, ਇਟ ਪੁਸ਼ਿਜ਼ ਐਂਡ ਕੰਪਰੈਸਿਜ਼ ਦਾ ਏਅਰ। ਉਹ ਏਅਰ ਨੂੰ ਕੰਪਰੈਸ ਕਰਦੇ ਇਨ ਫਰੰਟ ਆਫ ਕ੍ਰੀਏਟਿੰਗ ਰੀਜਨ ਆਫ ਹਾਈ ਪ੍ਰੈਸ਼ਰ, ਠੀਕ ਹੈ। ਤਾਂ ਉਹ ਰੀਜਨ ਨੂੰ ਕੀ ਕਹਿੰਦੇ ਆਪਾਂ, ਉਹ ਰੀਜਨ ਨੂੰ ਆਪਾਂ ਕਹਿ ਦਿੰਦੇ ਹਾਂ ਕੰਪਰੈਸ਼ਨ, ਠੀਕ ਹੈ, C ਦੇ ਨਾਲ ਡਿਨੋਟ ਕਰਦੇ ਹਾਂ। ਅਤੇ ਇੱਦਾਂ ਹੀ ਹੁਣ ਅੱਗੇ ਜਾਂਦੀ ਹੈ ਜਦੋਂ ਉਹ ਵਾਈਬਰੇਟਿੰਗ ਆਬਜੈਕਟ ਆ ਜਦੋਂ ਉਹ ਬੈਕਵਰਡ ਆਉਂਦਾ ਵਾ, ਇਟ ਕ੍ਰੀਏਟਸ ਅ ਰੀਜਨ ਆਫ ਲੋ ਪ੍ਰੈਸ਼ਰ। ਉਦੋਂ ਉੱਥੇ ਲੋ ਪ੍ਰੈਸ਼ਰ ਹੁੰਦਾ ਹੈ, ਉਹਨੂੰ ਕੀ ਕਹਿ ਦਿੰਦੇ ਆ, ਰੇਅਰਫੈਕਸ਼ਨ। ਅੱਗੇ ਆ ਜਾਂਦਾ ਜੀ ਕੰਪਰੈਸ਼ਨ। ਕਹਿੰਦੇ ਕਿ ਕੰਪਰੈਸ਼ਨ ਇਜ਼ ਦਾ ਰੀਜਨ ਆਫ ਹਾਈ ਪ੍ਰੈਸ਼ਰ ਐਂਡ ਰੇਅਰਫੈਕਸ਼ਨ ਇਜ਼ ਦਾ ਰੀਜਨ ਆਫ ਲੋਅਰ ਪ੍ਰੈਸ਼ਰ, ਠੀਕ ਹੈ। ਆਪਾਂ ਜਿਹੜਾ ਉੱਪਰ ਹੁਣੇ ਕੀਤਾ ਹੀ ਆ। ਪ੍ਰੈਸ਼ਰ ਇਜ਼ ਰਿਲੇਟਿਡ ਟੂ ਦਾ ਨੰਬਰ ਆਫ ਪਾਰਟੀਕਲਸ ਆਫ ਅ ਮੀਡੀਅਮ ਇਨ ਅ ਗਿਵਨ ਵੋਲੀਅਮ, ਠੀਕ ਹੈ। ਪ੍ਰੈਸ਼ਰ ਕਿਹਦੇ 'ਤੇ ਡਿਪੈਂਡ ਕਰਦਾ ਜਾਂ ਰਿਲੇਟ ਕਰਦਾ, ਨੰਬਰ ਆਫ ਪਾਰਟੀਕਲਸ ਆਫ ਮੀਡੀਅਮ। ਉਹ ਪਾਰਟੀਕਲ ਦੇ ਵਿੱਚ ਮੀਡੀਅਮ ਕਿੰਨਾ ਹੈ ਗਿਵਨ ਵੋਲੀਅਮ ਦੇ ਵਿੱਚ, ਠੀਕ ਹੈ। ਅਗਲਾ ਕਿ ਸਾਊਂਡ ਟਰੈਵਲਸ ਐਜ਼ ਅ ਲੌਂਗੀਟਿਊਡਨਲ ਵੇਵ ਥਰੂ ਅ ਮਟੀਰੀਅਲ। ਯਾਦ ਰੱਖਣਾ ਕਿ ਜਿਹੜਾ ਸਾਊਂਡ ਆ ਉਹ ਹਮੇਸ਼ਾ ਲੌਂਗੀਟਿਊਡਨਲ ਵੇਵ ਦੇ ਥਰੂ ਹੀ ਜਿਹੜਾ ਆ ਉਹ ਟਰੈਵਲ ਕਰਦਾ ਹੈ, ਠੀਕ ਹੈ। ਸਾਊਂਡ ਵੈਕਿਊਮ ਦੇ ਵਿੱਚ ਟਰੈਵਲ ਨਹੀਂ ਕਰ ਸਕਦਾ, ਕਿਉਂ?
क्योंकि साउंड ਨੂੰ ਹਮੇਸ਼ਾ ਇੱਕ ਮੀਡੀਅਮ ਚਾਹੀਦਾ ਆ, ਮੀਡੀਅਮ ਤੋਂ ਬਿਨਾਂ ਉਹ ਟਰੈਵਲ ਨਹੀਂ ਕਰ ਸਕਦਾ। तो वैक्यूम ਦੇ ਵਿੱਚ याद रखना ट्रैवल नहीं कर सकता। ठीक है, the change in density from one maximum value to minimum value and again to maximum value makes one complete oscillation। ठीक है, ਜਿਵੇਂ ਤੁਹਾਨੂੰ ਆਪਾਂ ਬੌਬ ਵਾਲਾ ਜਿਹੜਾ ਉਹ ਸੁਣੇ ਹੋਇਆ ਹੈ। ਠੀਕ ਹੈ, ਮਤਲਬ ਜਦੋਂ ਇਹਨੇ ਮੂਵ ਕਰਨਾ ਹੈ, ਠੀਕ ਹੈ, ਇਹਨੇ ਇੱਕ ਵਾਰੀ ਆਪਣੇ ਮੈਕਸੀਮਮ ਪੁਆਇੰਟ ਤੱਕ ਜਾਣਾ ਆ। ਠੀਕ ਹੈ, ਠੀਕ ਹੈ, ਇੱਦਾਂ ਆਪਾਂ ਇਹਨੂੰ ਇੱਦਾਂ ਦੇਖ ਲਈਏ। ਠੀਕ ਹੈ, ਸੋ ਮੈਕਸੀਮਮ ਪੁਆਇੰਟ ਤੋਂ ਮਿਨੀਮਮ ਪੁਆਇੰਟ 'ਤੇ ਜਦੋਂ ਕੰਪਲੀਟ ਹੁੰਦਾ ਆ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਵਨ ਔਸੀਲੇਸ਼ਨ ਕਹਿ ਲੈਂਦੇ ਹਾਂ, ਕੰਪਲੀਟ। ਠੀਕ ਹੈ, distance between two consecutive compression or two consecutive rarefaction is called wavelength lambda। ਠੀਕ ਹੈ, ਆ ਤੁਸੀਂ ਜਿਹੜਾ ਡਾਇਗਰਾਮ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ। ਠੀਕ ਹੈ, ਦੋ ਵੇਵਲੈਂਥ ਦੇ ਵਿੱਚ ਜਿਹੜਾ ਆ ਕੌਨਸਟੀਕਿਊਟਿਵ ਜਿਹੜੀ ਕੰਪਰੈਸ਼ਨ ਆ, ਦੋਨਾਂ ਦੇ ਵਿੱਚ ਵਾਲਾ ਡਿਸਟੈਂਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਵੇਵਲੈਂਥ। ਠੀਕ ਹੈ, ਟਾਈਮ ਟੇਕਨ ਬਾਏ ਦਾ ਵੇਵ ਫॉर वन ਕੰਪਲੀਟ ऑसिलेशन ऑफ डेंसिटी और ਪ੍ਰੈਸ਼ਰ ऑफ द मीडियम इज़ कॉल्ड द टाइम पीरियड। ठीक है, टाइम टेकन बाय द वेव फॉर कंप्लीट, एक कंप्लीट ऑसिलेशन होने ਨੂੰ ਕਿੰਨਾ ਟਾਈਮ ਲੱਗਦਾ ਆ। ਠੀਕ ਹੈ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਟਾਈਮ ਪੀਰੀਅਡ, ਜਿਹਨੂੰ ਆਪਾਂ ਟੀ ਦੇ ਨਾਲ ਡਿਨੋਟ ਕਰਦੇ ਹਾਂ। ਠੀਕ ਹੈ, ਨੰਬਰ ਆਫ ਕੰਪਲੀਟ ऑसिलेशन ਪਰ ਯੂਨਿਟ ਟਾਈਮ। ਹੁਣ ਪਰ ਯੂਨਿਟ ਟਾਈਮ ਦੇ ਵਿੱਚ ਕਿੰਨੀਆਂ ऑसिलेशनस ਹੁੰਦੀਆਂ ਨੇ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਫ੍ਰੀਕੁਐਂਸੀ। ਇਹ ਸਭ ਤੋਂ ਇੰਪੋਰਟੈਂਟ ਆ। ਠੀਕ ਹੈ, ਫ੍ਰੀਕੁਐਂਸੀ ਨੂੰ ਅਸੀਂ ਕਿਵੇਂ ਲਿਖਦੇ ਹਾਂ, ਫ੍ਰੀਕੁਐਂਸੀ ਇਜ਼ ਇਕੁਅਲ ਟੂ 1/t। ਠੀਕ ਹੈ, ਇਹਨੂੰ ਤੁਸੀਂ ਜਿਹੜਾ ਆ ਯਾਦ ਰੱਖਣਾ। ਠੀਕ ਹੈ, ਫ੍ਰੀਕੁਐਂਸੀ ਕੀ ਹੁੰਦੀ ਹੈ, ਕਿ ਨੰਬਰ ਆਫ ਕੰਪਲੀਟ ऑसिलेशनस ਪਰ ਯੂਨਿਟ ਟਾਈਮ। ਅਤੇ ਆਹ ਇੱਕ ਡਾਇਗਰਾਮ ਇਹਦੇ ਵਿੱਚ ਤੁਸੀਂ ਦੇਖ ਸਕਦੇ ਹਾਂ, ਡਿਸਟੈਂਸ। ਠੀਕ ਹੈ, ਜਿਹਦੇ ਵਿੱਚ ਆਹ ਲੌਂਗੀਟਿਊਡਨਲ ਵੇਵਸ ਆ। ਠੀਕ ਹੈ, ਉੱਪਰ ਪੋਰਸ਼ਨ ਨੂੰ ਕੀ ਕਹਿ ਦਿੰਦੇ ਆ, ਕ੍ਰੈਸਟ ਔਰ ਟਰਫ। ਠੀਕ ਹੈ, ਜਿਹੜਾ ਨੀਚੇ ਵਾਲਾ ਹਿੱਸਾ ਹੈ। ਠੀਕ ਹੈ, ਸੋ ਆਹ ਲੈਮਡਾ ਆਪਾਂ ਪਹਿਲਾਂ ਦੱਸ ਚੁੱਕੇ ਹਾਂ। सेम यही क्या, डिस्टेंस बिटवीन टू कॉन्सिक्यूटिव कंप्रेशंस और टू कॉन्सिक्यूटिव रेयरफैक्शन इज कॉल्ड द वेवलेंथ। ठीक है, अगला है जी फ्रीक्वेंसी टेल्स अस हाउ फ्रीक्वेंटली एन इवेंट अकर। सपोज यू आर बीटिंग अ, फिर इन्हें थोड़ा एक्सप्लेन करके दसिया कि यू आर बीटिंग अ ड्रम, असी ड्रम नू बीट कर रहे हैं। हाउ मैनी टाइम्स यू आर बीटिंग द ड्रम इन यूनिट टाइम, असी किन्नी वारी वो बीट कर रहे हैं यूनिट टाइम दे विच, तां वो की आ, फ्रीक्वेंसी ऑफ यूर बीटिंग द ड्रम। ठीक है, SI यूनिट ऑफ फ्रीक्वेंसी की है हर्ट्स। ये इंपॉर्टेंट है, इनू बस याद रख लो। SI यूनिट ऑफ फ्रीक्वेंसी की है हर्ट्स। ठीक है, क्योंकि ये क्वेश्चन कई बार पूछे जाते हैं कि टाइम टेकन फॉर वन कंप्लीट ऑसिलेशन इज कॉल्ड द टाइम पीरियड ऑफ द साउंड वेव। ठीक है, इट इज़ रिप्रजेंटेड बाय T। ठीक है, 16 था साउंड ऑफ अ सिंगल फ्रीक्वेंसी। ठीक है, साउंड ऑफ सिंगल फ्रीक्वेंसी दे जिहड़ा हुंदा है साउंड, उहनूं की कह दिंदे आपां, टोन। अमाउंट ऑफ साउंड एनर्जी पासिंग ईच सेकंड थ्रू यूनिट एरिया इज कॉल्ड द इंटेंसिटी ऑफ साउंड। ठीक है, मतलब अमाउंट ऑफ साउंड एनर्जी पासिंग थ्रू ईच सैकेंड, एक हरेक सैकेंड दे विच किन्नी अमाउंट ऑफ एनर्जी जिहड़ी पास कर रही है यूनिट एरिया दे विचों, उहनूं की कह दिंदे, इंटेंसिटी ऑफ साउंड कह दिंदे। ठीक है, द ऑडिबल रेंज ऑफ हेयरिंग फॉर एवरेज ह्यूमन बींग, एक ह्यूमन बींग किन्नी फ्रीक्वेंसी जिहड़ी है, जिहड़ी ਉਹਦੀ ऑडिबल आ, किन्ना ਉਹ सुन सकता। तो आंसर की आ, ਇਹ क्वेश्चन कई बार पूछा जाता, जिहदा लास्ट प्रीवियस ईयर 'ਚ ਪੁੱਛਦੇ ਨੇ ਇਹ 20 हर्ट्स टू 20,000 हर्ट्स भी ਹੁੰਦਾ। ठीक है, ਇਹਨਾਂ ਨੇ ਇਹਦੀ ਦੂਸਰੀ ਫਾਰਮ 'ਚ ਲਿਖਿਆ ਹੋਇਆ KHZ ਦੇ ਵਿੱਚ। ठीक है, ਤਾਂ ਇਹਦਾ 20 to 20,000 ਹਰਟਸ ਜਿਹੜਾ ਆ, ਇਹਨੂੰ ਇੱਦਾਂ ਤੁਸੀਂ ਲਿਖ ਸਕਦੇ। ਠੀਕ ਹੈ ਜੀ, ਉਸ ਤੋਂ ਅੱਗੇ ਆ ਗਿਆ ਜੀ सोनार। सोनार ਦੀ फुल फॉर्म कई बार पूछ लेंगे, साउंड नेविगेशन एंड रेंजिंग। ठीक है, साउंड नेविगेशन एंड रेंजिंग। सोनार इज अ डिवाइस दैट यूजेज अल्ट्रासोनिक वेव टू मेजर द डिस्टेंस, डायरेक्शन एंड स्पीड ऑफ अंडर ऑब्जेक्ट। ठीक है, अंडर वाटर ऑब्जेक्ट, ये डैप्थ पता कर सकते हैं। ठीक है, अल्ट्रासाउंड्स आर हाई फ्रीक्वेंसी वेव्स। Ultrasounds are able to travel along well-defined path even in the presence of obstacle। obstacle भी ਹੁਣ ਰਾਹ ਦੇ ਵਿੱਚ, ਇਹ ਫਿਰ ਵੀ ਜਿਹੜਾ ਅਲਟਰਾਸਾਊਂਡ ਹੈ, ਠੀਕ ਹੈ, ਏਬਲ ਟੂ ਟਰੈਵਲ ਅਲੋਂਗ, ਫਿਰ ਵੀ ਉਹਨਾਂ ਨੂੰ ਪਾਸ ਕਰ ਜਾਂਦੀ ਹੈ। ਅਲਟਰਾਸਾਊਂਡ ਆਰ ਯੂਜ਼ਡ
ਇੰਟੈਂਸਿਵਲੀ ਇਨ ਇੰਡਸਟਰੀਜ਼ ਐਂਡ ਫॉर ਮੈਡੀਕਲ ਪਰਪਸਿਸ। ਠੀਕ ਹੈ, ਜਿਵੇਂ ਆਪਾਂ ਹਸਪੀਟਲਸ ਵਗੈਰਾ ਦੇ ਵਿੱਚ ਵੀ ਅਲਟਰਾਸਾਊਂਡ ਕਰਾਉਣ ਜਾਂਦੇ ਹਾਂ, ਉਹ ਇਹੀ ਹੁੰਦਾ ਹੈ। ਠੀਕ ਹੈ ਜੀ। ਅੱਗੇ ਹੈ ਜੀ ਐਂਪਲੀਟਿਊਡ ਐਂਡ ਫ੍ਰੀਕੁਐਂਸੀ ਆ ਟੂ ਇੰਪੋਰਟੈਂਟ ਪ੍ਰੋਪਰਟੀ। ਦੇਖੋ ਸਾਊਂਡ ਦੀਆਂ ਦੋ ਮੇਨ ਪ੍ਰੋਪਰਟੀਜ਼ ਆ, ਐਂਪਲੀਟਿਊਡ ਐਂਡ ਫ੍ਰੀਕੁਐਂਸੀ। ਠੀਕ ਹੈ, ਲਾਊਡਨੈਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਸਕੇਅਰ। ਇਹ ਇੱਕ ਵਾਰ ਕੁਐਸਚਨ ਪੁੱਛਿਆ ਗਿਆ ਸੀਗਾ। ਠੀਕ ਹੈ ਜੀ, ਫਾਰਮੂਲਾ ਪੁੱਛ ਲੈਂਦੇ ਕਿ ਲਾਊਡਨੈਸ ਅਤੇ ਐਂਪਲੀਟਿਊਡ ਦਾ ਆਪਸ ਦੇ ਵਿੱਚ ਰਿਲੇਸ਼ਨ ਕੀ ਆ, ਅਤੇ ਇਹ ਹਮੇਸ਼ਾ ਯਾਦ ਰੱਖਣਾ ਕਿ ਜਿਹੜਾ ਲਾਊਡਨੈਸ ਆ, ਠੀਕ ਹੈ, ਕੀ ਆ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਐਂਪਲੀਟਿਊਡ ਦਾ ਸਕੇਅਰ। ਠੀਕ ਹੈ ਜੀ, ਇਹ ਬਸ ਤੁਸੀਂ ਯਾਦ ਰੱਖਣਾ। ਉਸ ਤੋਂ ਅੱਗੇ ਹੈਗੀ ਲਾਊਡਨੈਸ ਐਕਸਪ੍ਰੈਸਡ ਇਨ ਅ ਯੂਨਿਟ ਕਾਲਡ ਡੈਸੀਬਲ। ਠੀਕ ਹੈ, ਦੇਖੋ ਫ੍ਰੀਕੁਐਂਸੀ ਦੀ ਐਸਆਈ ਯੂਨਿਟ ਕੀ ਆ, ਹਰਟਜ਼, ਔਰ ਲਾਊਡਨੈਸ ਕਿ ਉੱਚਾਪਨ ਆਪਾਂ ਕਹਿੰਦੇ ਨੇ ਕਿ ਬਹੁਤ ਆਵਾਜ਼ ਉੱਚੀ ਆ। ਠੀਕ ਹੈ, ਤਾਂ ਉਹਨੂੰ ਅਸੀਂ ਕਿਹਦੇ ਵਿੱਚ ਆਪਾਂ ਡੈਸੀਬਲਸ ਦੇ ਵਿੱਚ ਨਾਪਦੇ ਹਾਂ। ਠੀਕ ਹੈ, ਨੋਰਮਲ ਬਰੀਥਿੰਗ ਜਿੱਦਾਂ ਆਪਾਂ ਸਾਹ ਲੈਂਦੇ ਹਾਂ, ਨੋਰਮਲ ਜਿਹੜੀ ਬਰੀਥਿੰਗ ਹੁੰਦੀ ਹੈ ਉਹ 10 dB ਦੀ ਹੁੰਦੀ ਹੈ, 10 ਡੈਸੀਬਲ ਦੀ ਹੁੰਦੀ ਹੈ। ਠੀਕ ਹੈ ਜੀ, ਸੋ ਇਹ ਕੁਛ ਬੇਸਿਕ ਸੀਗੇ ਜੀ ਸਾਊਂਡ ਦੇ ਨਾਲ ਰਿਲੇਟਡ। ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਜੇ ਵੀਡੀਓ ਦੇਖਦੇ ਤੁਸੀਂ ਲਾਈਕ ਨਹੀਂ ਕੀਤਾ ਤਾਂ ਤੁਸੀਂ ਹੁਣੇ ਲਾਈਕ ਕਰਿਓ। ਠੀਕ ਹੈ, ਤਾਂ ਕਿ ਕਿਉਂਕਿ ਕਈ ਜਣੇ ਵੀਡੀਓ ਦੇਖ ਲੈਂਦੇ ਨੇ ਸਾਰੀ, ਪਰ ਲਾਈਕ ਕਰਨਾ ਭੁੱਲ ਜਾਂਦੇ ਨੇ। ਸੋ ਜਿਨ੍ਹਾਂ ਨੇ ਨਹੀਂ ਕੀਤਾ ਉਹ ਹੁਣੇ ਲਾਈਕ ਕਰ ਦਿਓ। ਠੀਕ ਹੈ, ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।